ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰਾਂ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 22 ਹੈ ਅਤੇ ਅਸੀਂ ਇੰਟੀਗਰਲ ਕੈਲਕੂਲਸ ਤੇ ਆਪਣੀ ਚਰਚਾ ਕੰਟੀਨਿਊ ਰੱਖਾਂਗੇ, ਖਾਸ ਤੌਰ ਤੇ ਟਾਈਪ 1 ਦੇ ਇੰਪ੍ਰੋਪਰ ਇੰਟੀਗਰਲਸ ਤੇ ਅਤੇ ਅੱਜ ਅਸੀਂ ਟਾਈਪ 1 ਇੰਟੀਗਰਲ ਦੀ ਕਨਵਰਜੈਂਸ ਬਾਰੇ ਗੱਲ ਕਰਾਂਗੇ। ਪਿਛਲੇ ਲੈਕਚਰ ਵਿੱਚ ਅਸੀਂ ਦੇਖਿਆ ਹੈ ਕਿ ਉਹਨਾਂ ਇੰਟੀਗਰਲ ਜਾਂ ਟਾਈਪ 1 ਦੇ ਇੰਟੀਗਰਲ ਦਾ ਮੁਲਾਂਕਣ ਕਿਵੇਂ ਕਰਨਾ ਹੈ ਅਤੇ ਅਸਲ ਵਿੱਚ ਮੁਲਾਂਕਣ ਦੇ ਆਧਾਰ ਨਾਲ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਕੀ ਇੰਟੀਗਰਲ ਕਨਵਰਜਸ ਹੁੰਦਾ ਹੈ ਜਾਂ ਡਾਇਵਰਜ ਹੁੰਦਾ ਹੈ। ਪਰ ਅੱਜ ਅਸੀਂ ਕੁਝ ਟੈਸਟਾਂ ਬਾਰੇ ਗੱਲ ਕਰਾਂਗੇ ਜਿਸ ਦੇ ਆਧਾਰ ਤੇ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇੰਟੀਗਰਲ ਵਿੱਚ ਮੁਲਾਂਕਣ ਕੀਤੇ ਬਿਨਾਂ ਇੰਟੀਗਰਲ ਕਨਵਰਜ ਜਾਂ ਡਾਇਵਰਜ ਹੁੰਦਾ ਹੈ। ਤਾਂ ਪਿਛਲੇ ਲੈਕਚਰ ਨੂੰ ਯਾਦ ਕਰਨ ਲਈ ਅਸੀਂ ਇਸ ਟੈਸਟ ਕੇਸ ਤੇ ਚਰਚਾ ਕੀਤੀ ਹੈ ਜੋ ਕਿ a ਤੋਂ ਇਨਫਿਨਿਟੀ 1/x ਪਾਵਰ p dx ਸੀ ਅਤੇ ਇਹ 1 ਤੋਂ ਵੱਧ p ਲਈ ਕਨਵਰਜ ਕਰਦਾ ਹੈ ਅਤੇ 1 ਦੇ ਇਕੁਅਲ p ਤੋਂ ਘੱਟ ਲਈ ਡਾਇਵਰਜ ਕਰਦਾ ਹੈ। ਇਸ ਲਈ ਇਹ ਟੈਸਟ ਇੰਟੀਗਰਲ ਨੂੰ ਹੋਰ ਇੰਪ੍ਰੋਪਰ ਇੰਟੀਗਰਲਸ ਦੇ ਨਾਲ ਤੁਲਨਾ ਕਰਨ ਲਈ ਅਤੇ ਅੰਡਰਲਾਈਨ ਇੰਟੀਗਰਲ ਦੇ ਕਨਵਰਜੈਂਸ ਦਾ ਕਨਕਲੂਡ ਕੱਢਣ ਲਈ ਟੈਸਟ ਇੰਟੀਗਰਲ ਲਾਭਦਾਇਕ ਹੋਵੇਗਾ। ਇਸ ਲਈ ਇੱਥੇ ਦੁਬਾਰਾ ਇਸਦਾ ਕਨਵਰਜੈਂਸ p ਤੇ ਡਿਪੈਂਡੇਨ ਕਰਦਾ ਹੈ, ਇਸ ਲਈ 1 ਜਾਂ ਵੱਧ p ਦੇ ਸਾਰੀਆਂ ਵੈਲਿਊਜ਼ ਲਈ ਇਹ ਇੰਟੀਗਰਲ ਕਨਵਰਜ ਹੈ ਅਤੇ p 1 ਤੋਂ ਘੱਟ ਜਾਂ ਇਕੁਅਲ ਇੰਟੀਗਰਲ ਕਨਵਰਜ ਹੈ। ਤਾਂ ਇਸ ਲਈ ਅਸੀਂ ਇੱਥੇ ਯਾਦ ਕਰਨ ਲਈ ਦੁਬਾਰਾ ਟਾਈਪ 1 ਇੰਟੀਗਰਲ ਬਾਰੇ ਗੱਲ ਕਰਾਂਗੇ। ਸਾਡੇ ਕੋਲ ਇਹ ਟਾਈਪ 1 ਇੰਟੀਗਰਲ ਹੁੰਦਾ ਹੈ ਜਦੋਂ ਸਾਡਾ f(x) ਇਸ ਰੇਂਜ a ਤੋਂ b ਦੇ ਕਿਸੇ ਵੀ ਵੈਲਿਊ ਲਈ ਬਾਉਂਡਡ ਹੈ ਅਤੇ ਇਹਨਾਂ ਵਿੱਚੋਂ ਇੱਕ a ਅਤੇ b ਇਨਫਿਨਿਟੀ ਹੁੰਦੇ ਹਨ, ਤਾਂ ਜਾਂ ਦੋਵੇਂ ਇਸ ਤਰ੍ਹਾਂ -ਇਨਫਿਨਿਟੀ ਤੋਂ +ਇਨਫਿਨਿਟੀ ਵਰਗੇ ਹਨ ਜੋ ਟਾਈਪ 1 ਇੰਟੀਗਰਲ ਵੀ ਹਨ। ਤਾਂ ਅਜਿਹੇ ਇੰਟੀਗਰਲਸ ਦੇ ਕਨਵਰਜੈਂਸ ਬਾਰੇ ਗੱਲ ਕੀਤੀ ਜਾਏਗੀ ਜਿੱਥੇ ਇਨਫਿਨਿਟੀ ਲਿਮਿਟ ਵਿੱਚ ਵਿਖਾਈ ਦਿੰਦੀ ਹੈ। ਇਸ ਲਈ ਇਹ ਇੱਕ ਬਹੁਤ ਉਪਯੋਗੀ ਟੈਸਟ ਕੰਪੈਰੀਜ਼ਨ ਟੈਸਟ ਹੈ। ਇਸ ਨੂੰ ਕੰਪੈਰੀਜ਼ਨ ਟੈਸਟ 1 ਕਿਹਾ ਜਾਂਦਾ ਹੈ। ਇਸ ਲਈ ਅਸੀਂ ਇੱਥੇ ਮੰਨ ਲੈਂਦੇ ਹਾਂ ਕਿ f ਅਤੇ g ਇੱਥੇ a ਤੋਂ c ਦੀ ਰੇਂਜ ਵਿੱਚ ਇੰਟੀਗਰਲੇਬਲ ਹਨ ਜਿੱਥੇ c a ਤੋਂ ਵੱਡਾ ਜਾਂ ਇਸ ਦੇ ਇਕੁਅਲ ਹੈ ਅਤੇ ਇੱਕ ਹੋਰ ਰਿਲੇਸ਼ਨ ਦਿੱਤਾ ਗਿਆ ਹੈ ਕਿ f ਨੌਨ ਨੈਗੇਟਿਵ ਵੈਲਿਊਜ਼ ਲੈ ਰਿਹਾ ਹੈ ਅਤੇ g a ਤੋਂ ਵੱਡੀ x ਦੀ ਕਿਸੇ ਵੀ ਵੈਲਿਊ ਲਈ f ਦੀ ਵੈਲਿਊਜ਼ ਤੋਂ ਵੱਡੀ ਵੈਲਿਊ ਲੈ ਰਹੀ ਹੈ ਕਿ ਇਸ ਲਈ ਉਸ ਕੇਸ ਵਿੱਚ ਸਾਡੇ ਕੋਲ ਇਹ ਨਤੀਜਾ ਹੈ ਜੇ a ਤੋਂ ਇਨਫਿਨਿਟੀ ਤੱਕ f(x) dx ਕਨਵਰਜ ਕਰਦਾ ਹੈ ਫਿਰ ਇਹ ਕਨਵਰਜ ਹੋ ਜਾਵੇਗਾ ਜੇਕਰ ਇੰਟੀਗਰਲ a ਤੋਂ ਇਨਫਿਨਿਟੀ g(x) dx ਕਨਵਰਜ ਹੁੰਦਾ ਹੈ। ਇਸ ਲਈ ਇੱਥੇ ਇਹ ਇੰਟੀਗਰਲ g ਕੀ ਹੈ ਤਾਂ ਫਿਰ g f ਤੋਂ ਵੱਡੀ ਵੈਲਿਊ ਲੈ ਰਿਹਾ ਹੈ। ਇਸ ਲਈ ਉਸ ਕੇਸ ਵਿੱਚ ਜੇ ਇਹ ਇੰਟੀਗਰਲ ਹੈ ਜੋ ਕਿ ਇਸ ਅਰਥ ਵਿੱਚ ਵੱਡਾ ਇੰਟੀਗਰਲ ਹੈ ਕਿਉਂਕਿ g ਵੱਡੀ ਵੈਲਿਊ ਲੈ ਰਹੀ ਹੈ, ਇਸ ਲਈ ਸਾਡੇ ਕੋਲ ਅਸਲ ਵਿੱਚ ਇਹ ਰਿਲੇਸ਼ਨ ਹੈ ਜਦੋਂ ਸਾਡੇ ਕੋਲ ਇਹ g ਵੱਡਾ ਹੁੰਦਾ ਹੈ ਕਿ ਇਹ ਇੰਟੀਗਰਲ ਇਸ g ਦੀ ਵੱਡੀ ਵੈਲਿਊ ਹੁੰਦੀ ਹੈ ਤਾਂ ਇਹ ਇੰਟੀਗਰਲ f dx ਹੈ ਜੋ ਵੀ ਰੇਂਜ ਜਿਸ ਬਾਰੇ ਅਸੀਂ ਇੱਥੇ ਗੱਲ ਕਰ ਰਹੇ ਹਾਂ ਜਿਵੇਂ ਕਿ a ਤੋਂ ਇਨਫਿਨਿਟੀ ਅਤੇ a ਤੋਂ ਇਨਫਿਨਿਟੀ ਜੇਕਰ ਇਹ ਇੰਟੀਗਰਲ ਉਸ ਕੇਸ ਵਿੱਚ ਕੁਦਰਤੀ ਐਗਜ਼ਿਸਟ ਕਰਦਾ ਹੈ। ਸਾਡੇ ਕੋਲ ਇੱਥੇ ਇੱਕ ਅਜਿਹਾ ਨਤੀਜਾ ਹੈ ਤਾਂ ਫਿਰ ਜੇਕਰ ਇਹ ਇੰਟੀਗਰਲ ਕਨਵਰਜ ਹੈ ਕਿਉਂਕਿ ਇਹ ਵੱਡੀ ਵੈਲਿਊ ਹੈ ਕਿਉਂਕਿ g ਕਿਸੇ ਵੀ ਪੁਆਇੰਟ ਤੇ x a ਤੋਂ ਵੱਡੀ ਵੈਲਿਊ ਲੈ ਰਹੀ ਹੈ ਤਾਂ ਉਸ ਕੇਸ ਵਿੱਚ ਕੁਦਰਤੀ ਤੌਰ ਤੇ ਇਹ ਇੰਟੀਗਰਲ ਵੀ ਕਨਵਰਜ ਹੋ ਜਾਂਦਾ ਹੈ ਕਿਉਂਕਿ ਜੇ ਇਹ ਵੈਲਿਊ ਐਗਜ਼ਿਸਟ ਹੈ ਅਤੇ ਇਹ ਇਸ ਤੋਂ ਛੋਟੀ ਹੈ ਤਾਂ ਕੁਦਰਤੀ ਤੌਰ ਤੇ ਇਹ ਵੀ ਐਗਜ਼ਿਸਟ ਹੈ। ਅਤੇ ਇੱਕ ਹੋਰ ਕਨਕਲੂਜ਼ਨ ਹੈ ਜਿਸ ਤੋਂ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ a ਤੋਂ ਇਨਫਿਨਿਟੀ g(x) ਡਾਇਵਰਜ ਹੋ ਜਾਂਦਾ ਹੈ। ਜੇ ਇਹ ਇੰਟੀਗਰਲ ਡਾਇਵਰਜ ਕਰਦਾ ਹੈ ਤਾਂ ਜੇ a ਤੋਂ ਇਨਫਿਨਿਟੀ f(x) ਛੋਟਾ ਇੰਟੀਗਰਲ ਹੈ ਤਾਂ ਕੁਦਰਤੀ ਤੌਰ ਤੇ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਸੇ ਉੱਤੇ ਇੰਟੀਗਰਲ ਇਸ g ਤੋਂ ਇਨਫਿਨਿਟੀ ਡਾਇਵਰਜ ਵੀ ਹੋ ਜਾਵੇਗਾ ਕਿਉਂਕਿ ਇਹ f ਕਿਸੇ ਵੀ ਪੁਆਇੰਟ ਤੇ ਛੋਟੀ ਵੈਲਿਊਜ਼ ਲੈ ਰਹੀ ਹੈ x ਇੱਥੇ a ਤੋਂ ਵੱਡੀ ਹੈ ਅਤੇ ਜੇ ਇਹ ਇੰਟੀਗਰਲ ਕੁਦਰਤੀ ਤੌਰ ਤੇ ਐਗਜ਼ਿਸਟ ਹੈ। ਜੇ ਕੁਦਰਤੀ ਤੌਰ ਤੇ ਇਸ f ਦੀ ਮੌਜੂਦਗੀ ਛੋਟੀ ਵੈਲਿਊਜ਼ ਦੇ ਨਾਲ ਐਗਜ਼ਿਸਟ ਨਹੀਂ ਹੈ ਤਾਂ ਕੁਦਰਤੀ ਤੌਰ ਤੇ ਇਹ ਵੀ ਐਗਜ਼ਿਸਟ ਨਹੀਂ ਹੋਵੇਗੀ, ਇਹ ਵੀ ਡਾਇਵਰਜ ਹੋ ਜਾਣਗੇ। ਤਾਂ ਫਿਰ ਇੱਥੇ ਸਾਡੇ ਕੋਲ ਇੱਕ ਹੋਰ ਟੈਸਟ ਹੈ ਜਿਸ ਨੂੰ ਲਿਮਿਟ ਕੰਪੈਰੀਜ਼ਨ ਟੈਸਟ ਜਾਂ ਕੰਪੈਰੀਜ਼ਨ ਟੈਸਟ ਵੀ ਕਿਹਾ ਜਾਂਦਾ ਹੈ। ਇਸ ਲਈ ਇਹ ਦੁਬਾਰਾ ਉਪਯੋਗੀ ਟੈਸਟ ਹੈ। ਇਸ ਲਈ ਸਾਡੇ ਕੋਲ ਇਹ f ਅਤੇ g ਹਨ ਉਹ a ਤੋਂ c ਦੀ ਰੇਂਜ ਉੱਤੇ a ਤੋਂ ਵੱਧ ਦੀ ਕਿਸੇ ਵੀ ਵੈਲਿਊ ਲਈ ਇੰਟੀਗਰੇਬਲ ਹਨ ਅਤੇ ਸਾਡੇ ਕੋਲ ਦੁਬਾਰਾ ਇਹ ਹੈ f ਨਾਨ ਨੈਗੇਟਿਵ ਵੈਲਿਊਜ਼ ਲੈ ਰਿਹਾ ਹੈ ਅਤੇ g a ਤੋਂ ਵੱਧ x ਦੀ ਸਾਰੀ ਵੈਲਿਊਜ਼ ਲਈ ਸਟ੍ਰਿਕਟਲੀ ਪੋਜ਼ਿਟਿਵ ਹੈ ਅਤੇ ਫਿਰ ਅਸੀਂ ਇਸ ਬਾਰੇ ਗੱਲ ਕਰਾਂਗੇ ਜਦੋਂ ਅਸੀਂ ਇਸ ਲਿਮਿਟ
ਨੂੰ ਲੈਂਦੇ ਹਾਂ ਤਾਂ x ਇਨਫਿਨਿਟੀ ਵੱਲ ਪਹੁੰਚਦਾ ਹੈ, ਤਾਂ ਫਿਰ ਜੇ ਅਸੀਂ ਇਸ ਲਿਮਿਟ ਨੂੰ x ਇਨਫਿਨਿਟੀ f(x) ਬਟਾ g x f(x) ਬਟਾ g x ਤੱਕ ਪਹੁੰਚਦੇ ਹਾਂ ਤਾਂ ਸਾਡੇ ਕੋਲ ਦੋ ਫੰਕਸ਼ਨ ਹਨ। ਸਾਨੂੰ ਅਸਲ ਵਿੱਚ ਇਹ ਬਿਹੇਵੀਅਰ ਮਿਲ ਰਿਹਾ ਹੈ ਕਿ x ਇਸ ਦੋ ਫੰਕਸ਼ਨਾਂ ਦੇ ਇਸ ਅਨੁਪਾਤ ਦੇ ਇਨਫਿਨਿਟੀ ਤੱਕ ਪਹੁੰਚਦਾ ਹੈ, ਅਤੇ ਜੇਕਰ ਇਹ ਸਿਰਫ ਕਿ ਨਾਨ-ਜ਼ੀਰੋ ਨੰਬਰ ਹੋਵੇ ਤਾਂ ਅਸੀਂ ਇੱਥੋਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਸ f ਅਤੇ g ਦਾ ਬਿਹੇਵੀਅਰ ਸਿਮਿਲਰ ਹੁੰਦਾ ਹੈ ਜਦੋਂ x ਇਨਫਿਨਿਟੀ ਤੱਕ ਪਹੁੰਚਦਾ ਹੈ, ਕਿਉਂਕਿ ਅਸੀਂ ਉੱਥੇ ਕੁਝ ਕੋਨਸਟੈਂਟ ਪ੍ਰਾਪਤ ਕਰ ਰਹੇ ਹਾਂ। ਤਾਂ ਫਿਰ ਇਸ ਇੰਟੀਗਰਲ ਦੇ ਸੰਬੰਧ ਵਿੱਚ ਜਿੱਥੇ ਸਾਡੇ ਕੋਲ ਇਹ ਤੋਂ ਇਨਫਿਨਿਟੀ f(x) dx ਟਾਈਪ 1 ਇੰਟੀਗਰਲ ਹੈ, ਅਤੇ ਇਸ ਨਾਲ ਉਹ ਕਨਵਰਜ ਹੋ ਜਾਣਗੇ ਜਾਂ ਡਾਇਵਰਜ ਹੋ ਜਾਣਗੇ। ਇਸ ਕਾਰਨ ਕਰਕੇ ਇੱਥੇ ਸਾਨੂੰ ਪ੍ਰੋਬਲਮ ਆਉਂਦੀ ਹੈ ਜਦੋਂ x ਇਨਫਿਨਿਟੀ ਤੱਕ ਪਹੁੰਚਦਾ ਹੈ ਅਤੇ ਅਸੀਂ ਕੀ ਦੇਖਿਆ ਹੈ ਕਿ ਇਹ f(x) ਅਤੇ g(x) ਬਿਹੇਵ ਕਰਦੇ ਹਨ ਸਿਮਿਲਰਲੀ ਜਿਵੇਂ x goes to infinity, ਅਤੇ ਉਸ ਕੇਸ ਵਿੱਚ ਅਸੀਂ ਆਸਾਨੀ ਨਾਲ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਇਸ ਤਰ੍ਹਾਂ ਇਹ ਇੰਟੀਗਰਲ a ਤੋਂ ਇਨਫਿਨਿਟੀ f(x) dx ਜਾਂ ਇਹ ਇੰਟੀਗਰਲ a ਤੋਂ ਇਨਫਿਨਿਟੀ g(x) dx ਜਾਂ ਤਾਂ ਦੋਵੇਂ ਕਨਵਰਜ ਜਾਂ ਦੋਵੇਂ ਡਾਇਵਰਜ ਹੋ ਜਾਣਗੇ ਜਦੋਂ ਅਸੀਂ ਇਸ ਲਿਮਿਟ ਨੂੰ ਕਿ ਨਾਨ-ਜ਼ੀਰੋ ਨੰਬਰ ਵਜੋਂ ਪ੍ਰਾਪਤ ਕਰਦੇ ਹਾਂ। ਇਸ ਲਈ ਅਸੀਂ ਇਹਨਾਂ ਸਾਰੇ ਨਤੀਜਿਆਂ ਨੂੰ ਪ੍ਰੂਫ ਨਹੀਂ ਕਰ ਰਹੇ ਹਾਂ, ਪਰ ਅਨੁਭਵ ਦੁਆਰਾ ਅਸੀਂ ਇਹਨਾਂ ਸਾਰੇ ਨਤੀਜਿਆਂ ਨੂੰ ਵੇਖ ਸਕਦੇ ਹਾਂ। ਉਦਾਹਰਨ ਰਾਹੀਂ ਦੁਬਾਰਾ ਵੇਖੋ। ਜਿਵੇਂ ਕਿ ਮੈਂ ਇੱਥੇ ਕਿਹਾ ਹੈ ਕਿ ਦੋਵਾਂ ਫੰਕਸ਼ਨਾਂ ਦਾ ਇਹ ਬਿਹੇਵੀਅਰ x ਇਨਫਿਨਿਟੀ ਤੇ ਪਹੁੰਚਣ ਤੇ ਸਮਾਨ ਹੈ, ਅਤੇ ਇਸ ਕੇਸ ਵਿੱਚ ਅਸੀਂ ਆਸਾਨੀ ਨਾਲ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਜੇ ਇਹ ਕਨਵਰਜ ਹੋ ਜਾਂਦਾ ਹੈ ਤਾਂ ਦੂਸਰਾ ਵੀ ਕਨਵਰਜ ਹੋ ਜਾਵੇਗਾ, ਅਤੇ ਜੇ ਇਹ ਕਨਵਰਜ ਹੁੰਦਾ ਹੈ ਤਾਂ ਇਹ ਵੀ ਕਨਵਰਜ ਹੁੰਦਾ ਸੀ। ਅਤੇ ਇਹ ਬਹੁਤ ਉਪਯੋਗੀ ਹੋਣ ਵਾਲਾ ਹੈ ਕਿਉਂਕਿ ਕਿਸੇ ਦਿੱਤੇ ਗਏ ਇੰਟੀਗਰਲ ਲਈ ਮੰਨ ਲਓ ਕਿ ਇਹ f(x) ਦਿੱਤਾ ਗਿਆ ਹੈ ਤਾਂ ਅਸੀਂ ਇੱਕ g ਬਣਾਵਾਂਗੇ ਜਿਸ ਦਾ ਬਿਹੇਵੀਅਰ ਜਾਣਿਆ ਜਾਂਦਾ ਹੈ ਜਾਂ ਇਸ g ਦੇ ਉੱਤੇ ਇੰਟੀਗਰਲ ਜਾਣਿਆ ਜਾਂਦਾ ਹੈ ਕਿ ਇਹ ਕਨਵਰਜ ਜਾਂ ਡਾਇਵਰਜ ਹੁੰਦਾ ਹੈ, ਅਤੇ ਇਸ ਇੰਟੀਗਰਲ ਦੇ ਬਿਹੇਵੀਅਰ ਦੇ ਆਧਾਰ ਤੇ ਅਸੀਂ ਆਸਾਨੀ ਨਾਲ ਦੂਜੇ ਇੰਟੀਗਰਲ ਦੇ ਕਨਵਰਜੈਂਸ ਦਾ ਕਨਕਲੂਡ ਕੱਢ ਸਕਦੇ ਹਾਂ। ਅੱਗੇ ਕੀ ਹੋਵੇਗਾ ਜੇਕਰ ਇਹ k ਸਿਫਰ ਹੈ? ਉਦਾਹਰਨ ਲਈ k ਸਿਫਰ ਹੈ ਦਾ ਮਤਲਬ ਹੈ ਕਿ ਇਹ ਇਸ ਫੰਕਸ਼ਨ ਦੀ ਤੁਲਨਾ ਵਿੱਚ ਫਾਸਟਰ ਇਨਫਿਨਿਟੀ ਵਿੱਚ ਕਨਵਰਜ ਹੋ ਰਿਹਾ ਹੈ, ਫਿਰ ਸਿਰਫ g ਡੋਮੀਨੇਟ ਹੋਵੇਗਾ ਅਤੇ ਫਿਰ x goes to infinity ਤੱਕ ਇਹ ਸਿਫਰ ਤੇ ਜਾਵੇਗਾ। ਇਸ ਲਈ ਇਸ ਕੇਸ ਵਿੱਚ ਇੱਥੇ g ਇੱਕ ਡੋਮੀਨੇਟਿੰਗ ਫੰਕਸ਼ਨ ਹੈ, ਇਸ ਲਈ ਸਾਨੂੰ ਇਹ k ਸਿਫਰ ਮਿਲੇਗਾ। ਅਤੇ ਇਸ ਕੇਸ ਵਿੱਚ ਜੇ ਇਹ g ਇੰਟੀਗਰਲ ਕਨਵਰਜ ਹੋ ਜਾਂਦਾ ਹੈ ਤਾਂ ਸਾਡੇ ਕੋਲ ਇਹ ਫੰਕਸ਼ਨ ਹੈ ਜੋ ਇਸ f(x) ਦੀ ਬਜਾਏ x ਇਨਫਿਨਿਟੀ ਤੇ ਡੋਮੀਨੇਟਿੰਗ ਹੈ। ਅਤੇ ਜੇਕਰ ਇਹ ਕਨਵਰਜ ਹੋ ਜਾਂਦਾ ਹੈ ਤਾਂ ਕੁਦਰਤੀ ਤੌਰ ਤੇ ਦੂਜੇ ਇੰਟੀਗਰਲ ਵੀ ਕਨਵਰਜ ਹੋ ਜਾਣਗੇ। ਇਸ ਲਈ ਇਹ ਦੁਬਾਰਾ ਸਿੰਪਲ ਹੈ ਕਿਉਂਕਿ ਇਹ ਲਿਮਿਟ ਸਿਫਰ ਹੋ ਰਹੀ ਹੈ ਜਿਵੇਂ ਕਿ x ਇਨਫਿਨਿਟੀ ਤੱਕ ਪਹੁੰਚਦਾ ਹੈ, ਇਸ ਲਈ ਇੱਥੇ g ਗਰੋਇੰਗ ਫਾਸਟਰ f ਨਾਲੋਂ ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਇਸ ਲਈ ਇਹ ਇਸ ਨਾਲੋਂ ਫਾਸਟਰ ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਅਤੇ ਇਸ ਲਈ ਇੱਥੇ ਅਸੀਂ ਇਹ ਲਿਮਿਟ ਸਿਫਰ ਪ੍ਰਾਪਤ ਕਰ ਰਹੇ ਹਾਂ। ਤਾਂ ਇਹ ਹੈ, ਅਤੇ ਜੇਕਰ ਇਹ g ਇਸ ਤਰ੍ਹਾਂ ਕਨਵਰਜ ਕਰਦਾ ਹੈ ਤਾਂ f ਵੀ ਕਨਵਰਜ ਹੋ ਜਾਵੇਗਾ। ਅਤੇ ਦੂਜੇ ਤਰੀਕੇ ਨਾਲ ਜੇਕਰ ਇਹ k ਇੱਥੇ ਇਨਫਿਨਿਟੀ ਹੈ ਤਾਂ ਜੇਕਰ ਇਹ ਲਿਮਿਟਿੰਗ ਕੇਸ ਵਿੱਚ ਇਨਫਿਨਿਟੀ ਤੱਕ ਪਹੁੰਚ ਰਿਹਾ ਹੈ ਤਾਂ ਜੇ ਇਹ ਅਨੁਪਾਤ ਉਸ ਕੇਸ ਵਿੱਚ ਇਹ f ਡੋਮੀਨੇਟਿੰਗ ਹੈ, ਅਤੇ ਤਾਂ ਫਿਰ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਜੇਕਰ g ਡਾਇਵਰਜ ਕਰਦਾ ਹੈ ਤਾਂ ਜੇਕਰ ਸਾਡੇ ਕੋਲ ਨਤੀਜਾ ਹੈ g ਡਾਇਵਰਜ ਹੈ ਤਾਂ ਅਸੀਂ ਇੰਟੀਗਰਲ f ਬਾਰੇ ਕੁਝ ਦੱਸ ਸਕਦੇ ਹਾਂ ਜੋ ਕਿ ਡਾਇਵਰਜ ਵੀ ਹੋਵੇਗਾ ਕਿਉਂਕਿ ਇਹ g f ਫੰਕਸ਼ਨ ਦਾ ਡੋਮੀਨੇਟਿੰਗ ਫੰਕਸ਼ਨ ਹੈ। ਇਸ ਲਈ ਇਹ ਇਸ ਇੱਕ ਨਾਲੋਂ ਬਹੁਤ ਫਾਸਟਰ ਗਰੋਇੰਗ ਹੈ, ਅਤੇ ਜਿਸ ਕਾਰਨ ਅਸੀਂ ਉੱਥੇ ਇਨਫਿਨਿਟੀ ਪ੍ਰਾਪਤ ਕਰ ਰਹੇ ਹਾਂ, ਇਸ ਲਈ ਇਸ ਕੇਸ ਵਿੱਚ ਇਹ ਇੰਟੀਗਰਲ f ਵੀ ਡਾਇਵਰਜ ਹੋ ਜਾਵੇਗਾ। ਇਸ ਲਈ ਇਹ ਸਿੰਪਲ ਕੰਪੈਰੀਜ਼ਨ ਟੈਸਟ ਹਨ ਜਿਸ ਬਾਰੇ ਅਸੀਂ ਚਰਚਾ ਕੀਤੀ ਹੈ, ਅਤੇ ਹੁਣ ਅਸੀਂ ਪ੍ਰੋਬਲਮਸ ਦੇ ਕੁਝ ਦੇ ਸੈਂਪਲ ਦੇਖਾਂਗੇ। ਇਸ ਲਈ ਉਦਾਹਰਨ ਦੇ ਲਈ ਹੁਣ ਅਸੀਂ ਇਸ ਇੰਟੀਗਰਲ ਦੀ ਕਨਵਰਜੈਂਸ ਨੂੰ ਟੈਸਟ ਕਰਾਂਗੇ ਜੋ ਕਿ ਇਨਫਿਨਿਟੀ dx ਬਟਾ x ਅਤੇ ਸਕੁਏਅਰ ਰੂਟ x ਸਕੁਏਅਰ ਪਲਸ 1 ਹੈ। ਇਸ ਲਈ ਸਾਨੂੰ ਹੁਣ ਇੱਥੇ ਅਸਲ ਵਿੱਚ ਇੱਕ ਹੋਰ ਫੰਕਸ਼ਨ ਲੱਭਣਾ ਪਏਗਾ ਜਿਸ ਨਾਲ ਅਸੀਂ ਸੰਬੰਧਿਤ ਕਰ ਸਕਦੇ ਹਾਂ, ਜਾਂ ਜੋ ਇਸ ਨਾਲ ਕੰਪੈਰੀਬਲ ਜਾਂ ਇਸ ਦੇ ਸਿਮਿਲਰ ਹੈ, ਜਿਵੇਂ ਕਿ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ। ਸਾਨੂੰ ਫਿਰ ਇਨਫਿਨਿਟੀ ਵਿੱਚ ਪ੍ਰੋਬਲਮ ਆਉਂਦੀ ਹੈ, ਸਿਰਫ ਇਹੀ ਹੈ ਜੋ ਅਸੀਂ ਇਹਨਾਂ ਇੰਪ੍ਰੋਪਰ ਇੰਟੀਗਰਲਸ ਬਾਰੇ ਗੱਲ ਕਰ ਰਹੇ ਹਾਂ। ਤਾਂ ਇੱਥੇ ਅਸੀਂ ਵੇਖਾਂਗੇ ਕਿ ਇਹ ਫੰਕਸ਼ਨ ਕਿਵੇਂ ਬਿਹੇਵਿੰਗ ਕਰ ਰਿਹਾ ਹੈ ਜਿਵੇਂ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ। ਅਸਲ ਵਿੱਚ ਅਸੀਂ ਆਮ ਤੌਰ ਤੇ ਇੱਥੇ ਕੀ ਕਰਦੇ ਹਾਂ, ਇਸ ਲਈ ਅਸੀਂ x ਲੈਂਦੇ ਹਾਂ ਅਤੇ ਇੱਥੇ ਅਸੀਂ x ਕਾਮਨ ਲਵਾਂਗੇ, ਤਾਂ ਸਾਡੇ ਕੋਲ 1 +
ਪਲੱਸ ਬਟਾ x ਸਕੁਏਰ ਹੈ। ਇਸ ਲਈ ਤਾਂ ਇਹ ਟਰਮ ਸਿਰਫ 1 ਤੱਕ ਪਹੁੰਚ ਜਾਵੇਗੀ ਕਿਉਂਕਿ x ਇਨਫਿਨਿਟੀ ਤੱਕ ਪਹੁੰਚਣਾ ਕੋਈ ਪ੍ਰੋਬਲਮ ਨਹੀਂ ਪੈਦਾ ਕਰੇਗਾ ਅਤੇ ਹੁਣ ਸਾਡੇ ਕੋਲ ਇੱਥੇ x ਸਕੁਏਰ ਹੈ ਤਾਂ ਫਿਰ 1 ਬਟਾ x ਸਕੁਏਰ ਹੈ ਤਾਂ ਫਿਰ ਇਹ ਫੰਕਸ਼ਨ ਇੱਥੇ ਦਿੱਤਾ ਗਿਆ ਫੰਕਸ਼ਨ ਇੰਟੀਗਰਨ ਬਿਹੇਵ ਕਰ ਰਿਹਾ ਹੈ ਜਿਵੇਂ ਕਿ 1 ਬਟਾ x ਸਕੁਏਰ ਹੁੰਦਾ ਹੈ ਜਿਵੇਂ ਕਿ x goes to infinite ਅਤੇ ਇਹ ਕੰਪੈਰੀਜ਼ਨ ਕਰਨ ਲਈ ਫੰਕਸ਼ਨ ਸੈੱਟ ਕਰਨ ਵਿੱਚ ਸਾਡੀ ਸਹਾਇਤਾ ਕਰੇਗਾ। ਇਸ ਲਈ ਸਾਡੇ ਕੋਲ ਇਹ f ਹੈ ਜੋ ਕਿ x ਸਕੁਏਰ ਰੂਟ x ਸਕੁਏਰ ਪਲੱਸ 1 ਤੇ ਇੰਟੀਗਰਨ ਹੈ ਅਤੇ ਅਸੀਂ g ਨੂੰ 1 ਦੇ ਨਾਲ x ਦੇ ਸਕੁਏਰ ਦੇ ਰੂਪ ਵਿੱਚ ਲਵਾਂਗੇ। ਕਿਉਂਕਿ ਇਸ ਫੰਕਸ਼ਨ ਦਾ ਬਿਹੇਵੀਅਰ x ਤੋਂ ਜ਼ਿਆਦਾ ਸਕੁਏਰ ਵਰਗਾ ਹੈ ਇਸ ਲਈ ਅਸੀਂ ਦੂਜਾ ਫੰਕਸ਼ਨ ਲਿਆ ਹੈ g 1 ਬਟਾ x ਸਕੁਏਰ ਹੈ ਅਤੇ ਜੋ ਕਿ ਇਸ ਫੰਕਸ਼ਨ ਦੇ ਇਸ ਇੰਟੀਗਰਲ ਪ੍ਰਾਪਰਟੀਜ਼ ਬਾਰੇ ਸਾਡੇ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਇਸ ਲਈ ਇੱਥੇ ਜੇਕਰ ਅਸੀਂ ਇਸ ਲਿਮਿਟ ਨੂੰ ਹੁਣ f(x) ਬਟਾ gx ਲੈਂਦੇ ਹਾਂ ਤਾਂ ਜੇਕਰ ਤੁਸੀਂ ਇਸ ਲਿਮਿਟ ਨੂੰ ਕੰਪਿਊਟ ਕਰਦੇ ਹੋ ਤਾਂ ਅਜਿਹਾ ਇਸ ਲਈ ਕਿਉਂਕਿ gx ਬਟਾ x ਸਕੁਏਰ ਹੈ ਜੇਕਰ ਸਾਡੇ ਕੋਲ 1 ਬਟਾ x ਹੈ ਤਾਂ ਇਹ x ਕੈਂਸਲ ਹੋ ਜਾਵੇਗਾ ਤਾਂ x ਉੱਥੇ ਕੈਂਸਲ ਕਰ ਦੇਵੇਗਾ ਕਿਉਂਕਿ x ਸਕੁਏਰ ਹੈ ਇਸ ਲਈ x ਬਟਾ ਸਕੁਏਰ ਰੂਟ ਮਿਲੇਗਾ x ਸਕੁਏਰ ਪਲੱਸ 1 ਹੈ ਅਤੇ ਇਹ ਲਿਮਿਟ ਹੋਵੇਗੀ ਇਸ ਲਈ ਦੁਬਾਰਾ ਅਸੀਂ ਇਸ x ਨੂੰ ਵੀ ਕੈਂਸਲ ਕਰ ਸਕਦੇ ਹਾਂ ਇਸ ਲਈ ਅਸੀਂ ਇੱਥੋਂ ਕਾਮਨ ਲਵਾਂਗੇ ਸਾਡੇ ਕੋਲ 1 ਪਲੱਸ ਬਟਾ x ਸਕੁਏਰ ਹੈ ਇਸ ਲਈ ਇਹ ਕੈਂਸਲ ਹੋ ਜਾਵੇਗਾ ਅਤੇ ਜਦੋਂ ਅਸੀਂ ਲਿਮਿਟ ਲੈਂਦੇ ਹਾਂ ਤਾਂ x goes to infinity ਤਾਂ ਫਿਰ ਇੱਥੇ ਇਹ 1 ਹੋਵੇਗਾ। ਇਸ ਲਈ ਸਾਡੇ ਕੋਲ ਇਹ ਲਿਮਿਟ ਹੈ ਜੋ ਕਿ 0 ਦੇ ਇਕੁਅਲ ਨਹੀਂ ਹੈ। ਇਸ ਲਈ ਜੇਕਰ ਇਹ 0 ਦੇ ਇਕੁਅਲ ਨਹੀਂ ਹੈ ਤਾਂ ਸਾਡਾ ਕੰਪੈਰੀਜ਼ਨ ਟੈਸਟ ਇਹ ਦੱਸਦਾ ਹੈ ਕਿ ਦਿੱਤਾ ਗਿਆ ਇਹ ਇੰਟੀਗਰਲ ਇਸ g ਦੇ ਸਿਮਿਲਰਲੀ ਇੰਟੀਗਰਲ ਬਿਹੇਵ ਕਰੇਗਾ। ਤਾਂ ਫਿਰ ਸਾਡੇ ਕੋਲ ਪਹਿਲਾਂ ਹੀ ਇਹ ਇੰਟੀਗਰਲ g ਦਾ ਨਤੀਜਾ ਹੈ। ਅਤੇ ਯਾਦ ਰੱਖੋ ਕਿ ਇਹ 1 ਬਟਾ x ਇਸ ਦੀ ਇਨਫਿਨਿਟੀ ਦੇ ਲਈ ਸਕੁਏਰ ਹੈ ਇਸ ਲਈ ਇਹ ਇੰਟੀਗਰਲ ਇੱਥੇ 1 ਤੋਂ ਵੱਧ ਹੈ। ਇਸ ਲਈ ਇਨਫਿਨਿਟੀ ਚਾਹੁੰਦੇ ਹਾਂ ਅਤੇ ਅਸੀਂ ਇੱਥੇ ਲਿਆ ਹੈ ਕਿ 1 ਬਟਾ x ਸਕੁਏਰ ਅਤੇ dx ਹੈ ਇਹ ਇੰਟੀਗਰਲ ਕਨਵਰਜ ਕਰਦਾ ਹੈ ਅਸੀਂ ਟੈਸਟ ਇੰਟੀਗਰਲ ਤੋਂ ਜਾਣਦੇ ਹਾਂ। ਇਸ ਲਈ ਜੇਕਰ ਇਹ ਕਨਵਰਜ ਹੁੰਦਾ ਹੈ ਅਤੇ ਇਹ ਅਨੁਪਾਤ ਇੱਕ ਕੋਨਸਟੈਂਟ ਹੁੰਦਾ ਹੈ ਤਾਂ ਇਸ ਕੇਸ ਵਿੱਚ ਦੂਸਰਾ ਇੰਟੀਗਰਲ ਵੀ ਕਨਵਰਜ ਹੋ ਜਾਵੇਗਾ। ਇਸ ਲਈ ਜਿਵੇਂ ਇਹ ਕਨਵਰਜ ਕਰਦਾ ਹੈ ਇਸ ਦਾ ਮਤਲਬ ਇਹ ਹੋਵੇਗਾ ਕਿ ਦਿੱਤਾ ਗਿਆ ਇੰਟੀਗਰਲ gx ਬਟਾ x ਸਕੁਏਰ ਰੂਟ x ਸਕੁਏਰ ਪਲੱਸ 1 ਵੀ ਕਨਵਰਜ ਹੋਵੇਗਾ। ਇਸ ਲਈ ਇੱਥੇ ਮੁੱਖ ਪੁਆਇੰਟ ਇਹ ਹੈ ਕਿ ਸਾਨੂੰ ਇਸ ਇੰਟੀਗਰਨ ਦੇ ਬਿਹੇਵੀਅਰ ਨੂੰ ਦੇਖਣਾ ਪਏਗਾ ਕਿਉਂਕਿ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ ਕਿ ਇਹ x ਪਾਵਰ p ਟਾਈਪ ਫੰਕਸ਼ਨ ਤੇ ਇੱਕ ਸਿੰਪਲ ਫੰਕਸ਼ਨ ਦੇ ਟਰਮਜ਼ ਵਿੱਚ ਕਿਵੇਂ ਬਿਹੇਵਸ ਕਰਦਾ ਹੈ ਅਤੇ ਫਿਰ ਅਸੀਂ ਆਸਾਨੀ ਨਾਲ ਇਹ ਲਿਮਿਟ ਪ੍ਰਾਪਤ ਕਰ ਸਕਦੇ ਹਾਂ। ਇਸ ਕੇਸ ਨਾਨ ਜ਼ੀਰੋ ਵਰਗਾ ਹੈ ਅਤੇ ਫਿਰ ਅਸੀਂ ਇਹ ਕਨਕਲੂਆਡ ਕੱਢ ਸਕਦੇ ਹਾਂ ਕਿ ਇਹ ਕਨਵਰਜ ਕਰਦਾ ਹੈ ਤਾਂ ਇਹ ਵੀ ਚੰਗੀ ਤਰ੍ਹਾਂ ਕਨਵਰਜ ਕਰੇਗਾ। ਖੈਰ ਅਗਲੀ ਸਮੱਸਿਆ ਵਿੱਚ ਅਸੀਂ ਇਨਫਿਨਿਟੀ ਲਈ ਇਸ ਇੰਟੀਗਰਲ 1 ਦੇ ਕਨਵਰਜੈਂਸ ਨੂੰ ਟੈਸਟ ਕਰਾਂਗੇ ਅਤੇ ਸਾਡੇ ਕੋਲ x ਸਕੁਏਰ ਡਿਵਾਈਡਡ ਬਾਈ x ਪਾਵਰ 5 ਆਫ ਪਲੱਸ 1 dx ਹੈ ਤਾਂ ਇਸ ਕੇਸ ਵਿੱਚ ਵੀ ਨਾਲ ਹੀ ਅਸੀਂ ਪਹਿਲਾਂ ਵਾਂਗ ਹੀ ਪਹੁੰਚ ਕਰਾਂਗੇ। ਇਸ ਲਈ ਸਾਡੇ ਕੋਲ f(x) ਸਕੁਏਰ ਰੂਟ x ਪਲੱਸ 1 ਹੈ ਅਤੇ ਫਿਰ ਇਸ ਫੰਕਸ਼ਨ ਦੇ ਬਿਹੇਵੀਅਰ ਦਾ ਅਸੀਂ ਇੱਥੇ ਟੈਸਟ ਕਰਾਂਗੇ। ਇਸ ਲਈ ਸਾਡੇ ਕੋਲ ਨਿਊਮਰੇਟਰ ਵਿੱਚ x ਹੈ ਅਤੇ ਇੱਥੇ ਜੇ x ਪਾਵਰ 5 ਬਾਈ 2 ਹੈ ਤਾਂ x ਪਾਵਰ 5 ਹੋਏਗਾ ਅਤੇ ਇੱਥੇ ਸਕੁਏਰ ਰੂਟ ਹੈ ਇਸ ਲਈ 1 ਪਲੱਸ 1 ਬਟਾ x ਪਾਵਰ 5 ਅਤੇ ਫਿਰ ਇੱਥੇ ਇੱਕ ਸਕੁਏਰ ਰੂਟ ਹੈ। ਇਸ ਲਈ ਇਹ ਟਰਮ ਇਨਫਿਨਿਟੀ ਤੱਕ x ਪਹੁੰਚ ਦੇ ਨਾਲ ਕੋਈ ਪ੍ਰੋਬਲਮ ਪੈਦਾ ਨਹੀਂ ਕਰੇਗੀ ਕਿਉਂਕਿ ਇਹ ਇੱਥੇ ਸਿਰਫ ਇੱਕ ਹੀ ਹੋਵੇਗਾ। ਇਸ ਲਈ ਬਿਹੇਵੀਅਰ ਇਹਨਾਂ ਦੋ ਟਰਮਜ਼ ਦੁਆਰਾ ਪ੍ਰਭਾਵਿਤ ਹੋਵੇਗਾ। ਇਸ ਲਈ ਸਾਡੇ ਕੋਲ ਇੱਥੇ 1 ਬਟਾ x ਪਾਵਰ 5 ਬਾਈ 2 ਅਤੇ ਫਿਰ -2 ਅਤੇ ਇਹ ਟਰਮ ਸਕੁਏਰ ਰੂਟ ਹੈ ਜਿਸ ਨਾਲ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ ਹੈ ਕਿਉਂਕਿ x ਇਨਫਿਨਿਟੀ ਤੱਕ ਪਹੁੰਚਦਾ ਹੈ ਅਤੇ ਇਹ 1 ਇੱਥੇ ਹੈ। ਤਾਂ ਫਿਰ ਇਹ 4 ਦੁਆਰਾ 1 ਬਟਾ x ਪਾਵਰ ਵਾਂਗ ਬਿਹੇਵਿੰਗ ਕਰ ਰਿਹਾ ਹੈ ਤਾਂ 5 4 ਬਾਈ 2 ਹੈ ਸੋ 1 ਬਾਈ 2 ਹੈ ਸਕੁਏਰ ਰੂਟ x 1 ਬਟਾ ਸਕੁਏਰ ਰੂਟ x ਹੈ। ਇਹ ਬਿਹੇਵਿੰਗ ਕਰ ਰਿਹਾ ਹੈ 1 ਬਟਾ ਸਕੁਏਰ ਰੂਟ x ਜਿਵੇਂ ਕਿ x ਇਨਫਿਨਿਟੀ ਪਹੁੰਚ ਰਿਹਾ ਹੈ ਤਾਂ ਫਿਰ ਇਸ ਦੇ ਆਧਾਰ ਤੇ ਹੁਣ ਅਸੀਂ ਫੰਕਸ਼ਨ ਨੂੰ ਚੁਣ ਸਕਦੇ ਹਾਂ। ਅਸੀਂ ਫੰਕਸ਼ਨ g ਦੀ ਚੋਣ ਕਰ ਸਕਦੇ ਹਾਂ। ਅਸੀਂ 1 ਬਟਾ ਸਕੁਏਰ ਰੂਟ x ਨੂੰ ਲਿਆ ਹੈ ਅਤੇ ਹੁਣ ਇਸ ਕੇਸ ਵਿੱਚ ਅਸੀਂ ਫਿਰ ਤੋਂ ਲਿਮਿਟ f(x) ਬਟਾ gx ਲਵਾਂਗੇ। ਇਸ ਲਈ ਇੱਥੇ ਇਹ ਲਿਮਿਟ f
x ਬਟਾ ਜੀ x ਸਕੁਅਰ ਹੋਵੇਗੀ ਅਤੇ ਫਿਰ ਸਕੁਅਰ ਰੂਟ x ਉੱਥੇ ਜਾਵੇਗਾ ਅਤੇ ਸਾਡੇ ਕੋਲ ਇੱਥੇ ਸਕੁਅਰ ਰੂਟ x ਪਾਵਰ 5 ਪਲੱਸ 1 ਹੈ ਅਤੇ ਅਸੀਂ ਇਸ x ਪਾਵਰ 5 ਨੂੰ ਕਾਮਨ ਲਵਾਂਗੇ ਇਸ ਲਈ x ਪਾਵਰ ਬਾਏ 2 ਹੋਵੇਗੀ ਅਤੇ ਸਾਡੇ ਕੋਲ ਵੀ x ਪਾਵਰ 5 ਬਾਏ 2 ਹੈ ਇਸ ਲਈ ਇਹ ਲਿਮਿਟ ਦੁਬਾਰਾ 1 ਦੇ ਰੂਪ ਵਿੱਚ ਆਵੇਗੀ ਅਸੀਂ ਇੱਥੇ ਇਹਨਾਂ ਦੋ ਫੰਕਸ਼ਨਾਂ ਦੇ ਅਨੁਪਾਤ ਦੇ ਰੂਪ ਵਿੱਚ ਇੱਕ ਨਾਨ ਜ਼ੀਰੋ ਲਿਮਿਟ ਪ੍ਰਾਪਤ ਕਰ ਰਹੇ ਹਾਂ ਇਸ ਲਈ ਦੋਵੇਂ ਇੰਟੀਗਰਲ ਇੱਕੋ ਜਿਹਾ ਬਿਹੇਵ ਕਰਨਗੇ ਤਾਂ ਫਿਰ ਇਸ ਕੇਸ ਵਿੱਚ ਅਸੀਂ ਇਸ g ਇੰਟੀਗਰਲ ਬਾਰੇ ਜਾਣਦੇ ਹਾਂ ਕਿ ਇਹ 1 ਬਟਾ ਸਕੁਅਰ ਰੂਟ x ਹੈ ਇਸ ਲਈ ਇੱਥੇ x ਦੀ ਪਾਵਰ ਅੱਧੀ ਹੈ ਜੋ ਕਿ 1 ਤੋਂ ਘੱਟ ਹੈ ਇਸ ਲਈ ਇਹ ਮੂਲ ਰੂਪ ਵਿੱਚ ਇਸ ਇੰਟੀਗਰਲ ਨੂੰ ਡਾਇਵਰਜ ਕਰਦਾ ਹੈ ਕਿਉਂਕਿ ਇਹ ਟੈਸਿਟ ਇੰਟੀਗਰਲ ਸੀ ਸਾਡੇ ਕੋਲ ਡਾਇਵਰਜੈਂਟ ਹੈ ਜਦੋਂ ਵੀ ਇਸ x ਦੀ ਪਾਵਰ 1 ਤੋਂ ਘੱਟ ਜਾਂ ਇਸ ਦੇ ਇਕੁਅਲ ਹੁੰਦੀ ਹੈ ਤਾਂ ਇਹ ਇੰਟੀਗਰਲ ਡਾਇਵਰਜਸ ਹੁੰਦੀ ਹੈ ਅਤੇ ਕਿਉਂਕਿ ਦੋਵੇਂ ਇੰਟੀਗਰਲ ਇੱਕੋ ਜਿਹਾ ਬਿਹੇਵ ਕਰਨਗੇ ਇਸ ਲਈ ਪ੍ਰੋਬਲਮ ਵਿੱਚ ਦਿੱਤਾ ਗਿਆ ਇੰਟੀਗਰਲ ਕੰਪੈਰੀਜ਼ਨ ਟੈਸਟ ਦੁਆਰਾ ਵੀ ਡਾਇਵਰਜ ਹੋ ਜਾਵੇਗਾ ਇਸ ਲਈ ਇਹ ਵੀ ਡਾਇਵਰਜ ਹੋ ਜਾਵੇਗਾ ਇਸ ਲਈ ਅਸੀਂ ਇਸ ਕੰਪੈਰੀਜ਼ਨ ਟੈਸਟ ਦੀ ਵਰਤੋਂ ਕਰਦੇ ਹੋਏ ਦੁਬਾਰਾ ਇਸ ਇੰਟੀਗਰਲ ਦੀ ਡਾਇਵਰਜੈਂਟ ਨੂੰ ਪ੍ਰੂਫਾ ਕੀਤਾ ਹੈ ਤਾਂ ਇਹ ਇੱਕ ਹੋਰ ਪ੍ਰੋਬਲਮ ਹੈ ਜਿੱਥੇ ਇਹ ਦਿਖਾਏਗਾ ਕਿ ਇਹ ਇੰਟੀਗਰਲ 0 ਤੋਂ ਇਨਫਿਨਿਟੀ e ਪਾਵਰ x ਸਕੁਅਰ dx ਕਨਵਰਜ ਹੈ ਇਸ ਲਈ ਇਸ ਕੇਸ ਵਿੱਚ ਅਸੀਂ ਇਸ ਇੰਟੀਗਰਲ ਨੂੰ 0 ਤੋਂ 1 ਦੇ ਰੂਪ ਵਿੱਚ ਵੰਡਾਂਗੇ ਅਤੇ e ਪਾਵਰ x ਸਕੁਅਰ dx ਹੈ ਅਤੇ ਪਲੱਸ ਇਹ 1 ਤੋਂ ਇਨਫਿਨਿਟੀ ਹੈ ਅਤੇ e ਪਾਵਰ x ਸਕੁਅਰ dx ਹੈ ਇਹ ਉਹ ਤਰੀਕਾ ਹੈ ਜੋ ਅਸੀਂ ਅਕਸਰ ਇਸ ਪਾਰਟ ਨੂੰ 1 ਤੋਂ ਹਟਾਉਣ ਲਈ ਕਰਦੇ ਸੀ ਕਿਉਂਕਿ ਇਹ ਇੱਕ ਪ੍ਰੋਪਰ ਇੰਟੀਗਰਲ ਹੈ ਇਸ ਲਈ ਇਹ ਹੁਣ ਸਾਨੂੰ ਪਰੇਸ਼ਾਨ ਨਹੀਂ ਕਰ ਰਿਹਾ ਹੈ ਇਸ ਲਈ ਇਹ ਪ੍ਰੋਪਰ ਇੰਟੀਗਰਲ ਹੈ ਇਸ ਦਾ ਮਤਲਬ ਹੈ ਕਿ ਸਾਡੇ ਕੋਲ ਹੁਣ ਇਸ ਇੰਟੀਗਰਲ ਦੀ ਇਸ ਫਾਈਨਾਈਟ ਵੈਲਿਊ ਦੀ ਵੈਲਿਊ ਹੈ ਅਸੀਂ ਇੱਥੇ ਸਿਰਫ ਇਸ ਇੰਟੀਗਰਲ ਦੀ ਚਰਚਾ ਕਰਾਂਗੇ ਇਸ ਲਈ ਜੇ ਇਹ ਇੱਕ ਕਨਵਰਜੈਂਟ ਇੰਟੀਗਰਲ ਹੈ ਤਾਂ ਸਭ ਕੁਝ ਕਨਵਰਜ ਹੋ ਜਾਵੇਗਾ ਜੇ ਇਹ ਕੁਦਰਤੀ ਤੌਰ ਤੇ ਡਾਇਵਰਜ ਹੋ ਜਾਂਦਾ ਹੈ ਤਾਂ ਦਿੱਤਾ ਗਿਆ ਇੰਟੀਗਰਲ ਡਾਇਵਰਜ ਹੋ ਜਾਵੇਗਾ ਤਾਂ ਫਿਰ ਹੁਣ ਕੰਪੈਰੀਜ਼ਨ ਟੈਸਟ ਨੂੰ ਅਪਲਾਈ ਕਰਨ ਲਈ ਜੋ ਅਸੀਂ ਹੁਣ ਵੇਖਦੇ ਹਾਂ ਕਿ ਇਹ ਪਾਵਰ x ਸਕੁਅਰ ਹੈ ਜੇ ਅਸੀਂ ਇਸ ਨੂੰ ਐਕਸਪੈਂਡ ਕਰਦੇ ਹਾਂ ਤਾਂ ਸਾਡੇ ਕੋਲ 1 ਪਲੱਸ x ਸਕੁਅਰ ਪਲੱਸ x ਪਾਵਰ 4 ਬਟਾ ਫੈਕਟੋਰੀਅਲ 2 ਹੈ ਅਤੇ ਇਸ ਲਈ ਇਹ ਐਕਸਪੈਂਸ਼ਨ ਹੈ ਅਤੇ ਇਹ ਹਮੇਸ਼ਾ x ਸਕੁਅਰ ਟਰਮ ਨਾਲੋਂ ਵੱਡਾ ਹੋਵੇਗਾ ਇਸ ਲਈ ਸਾਡੇ ਕੋਲ ਇਹ ਸਾਰੀ ਪੋਜ਼ਿਟਿਵ ਟਰਮ ਹੈ ਕਿ x ਸਟ੍ਰਿਕਟਲੀ ਪੋਜ਼ਿਟਿਵ ਹੈ ਇਸ ਲਈ ਸਾਰੇ 4x 0 ਤੋਂ ਵੱਡਾ ਜਾਂ x 0 ਤੋਂ ਘੱਟ ਇਹ ਟਰਮ ਇਸ x ਸਕੁਅਰ ਟਰਮ ਤੋਂ ਵੱਡਾ ਹੋ ਰਿਹਾ ਹੈ ਕਿਉਂਕਿ x ਸਕੁਅਰ ਟਰਮ ਪਹਿਲਾਂ ਹੀ ਇੱਥੇ ਸੈੱਟ ਕੀਤੀ ਗਈ ਹੈ ਅਸਲ ਵਿੱਚ x 0 ਦੇ ਇਕੁਅਲ ਹੈ ਅਤੇ ਸਹੀ ਹੈ ਕਿ 1 ਪਲੱਸ x ਸਕੁਅਰ ਹੈ ਇਹ ਵੱਡਾ ਹੈ ਇਸ ਤੋਂ ਕਿਉਂਕਿ ਇਹ ਬਿਲਕੁਲ ਉਹੀ ਟਰਮ ਹੈ ਜੋ ਅਸੀਂ ਇੱਥੇ ਹੋਰ ਸਾਰੇ ਪੋਜ਼ਿਟਿਵ ਟਰਮਜ਼ ਵਿੱਚ ਲਿਆ ਹੈ ਤਾਂ ਫਿਰ ਕਿਸੇ ਵੀ ਕੇਸ ਵਿੱਚ ਇਹ ਸਾਰੇ x ਲਈ ਇਹ ਇਨਇਕੁਆਲਿਟੀ ਬਰਕਰਾਰ ਰਹੇਗੀ ਅਤੇ ਹੁਣ ਅਸੀਂ ਇੱਥੇ ਕੀ ਕਰਾਂਗੇ ਤਾਂ ਸਾਡੇ ਕੋਲ ਹੁਣ ਨਤੀਜਾ ਹੈ ਕਿ e ਪਾਵਰ x ਸਕੁਅਰ ਹੈ x ਸਕੁਅਰ ਨਾਲੋਂ ਵੱਡਾ ਹੈ ਤਾਂ ਜੋ ਅਸੀਂ ਇਸ ਨੂੰ ਉਲਟਾ ਸਕਦੇ ਹਾਂ ਤਾਂ ਕਿ ਸਾਡੇ ਕੋਲ ਪਾਵਰ x ਸਕੁਅਰ ਹੋ ਜਾਏ ਅਤੇ ਫਿਰ ਇਨਇਕੁਆਲਿਟੀ ਇੱਥੇ ਬਦਲ ਜਾਏਗੀ ਅਤੇ 1 ਬਟਾ x ਸਕੁਅਰ ਹੈ ਤਾਂ ਫਿਰ ਅਸੀਂ ਇੱਥੇ 0 ਦੇ ਇਕੁਅਲ x ਨਹੀਂ ਲੈ ਰਹੇ ਹਾਂ ਅਸਲ ਵਿੱਚ ਸਾਡੀ ਪ੍ਰੋਬਲਮ ਵਿੱਚ ਹੁਣ x 1 ਤੋਂ ਵੱਡਾ ਹੈ ਤਾਂ ਫਿਰ ਇਹ ਕੁਦਰਤੀ ਤੌਰ ਤੇ ਸੱਚ ਹੈ ਕਿ x 1 ਤੋਂ ਵੱਡਾ ਹੈ ਇਸ ਲਈ ਸਾਡੇ ਕੋਲ ਇਹ ਨਤੀਜਾ ਹੈ ਕਿ ਸਾਡੇ ਇੰਟੀਗਰਲ ਦਾ e ਪਾਵਰ x ਸਕੁਅਰ ਇੱਥੇ 1 ਬਟਾ x ਸਕੁਅਰ ਟਰਮ ਤੋਂ ਘੱਟ ਹੈ ਅਤੇ ਸਾਨੂੰ ਟੈਸਿਟ ਇੰਟੀਗਰਲ ਬਾਰੇ ਵੀ ਪਤਾ ਹੈ ਕਿ ਇਹ ਟੈਸਿਟ ਇੰਟੀਗਰਲ 1 ਤੋਂ ਇਨਫਿਨਿਟੀ 1 ਬਟਾ ਹੈ ਇਹ x dx ਸਕੁਅਰ ਹੈ ਜੋ ਇਹ ਕਨਵਰਜ ਕਰਦਾ ਹੈ ਇਸ ਲਈ ਇਹ ਕਨਵਰਜ ਹੁੰਦਾ ਹੈ ਅਤੇ ਫਿਰ ਕੰਪੈਰੀਜ਼ਨ ਟੈਸਟ ਹੁੰਦਾ ਹੈ ਕਿਉਂਕਿ ਇਹ ਫੰਕਸ਼ਨ ਇੱਥੇ 1 ਬਟਾ x ਸਕੁਅਰ ਵੱਧ ਵੈਲਿਊਜ਼ ਲੈ ਰਿਹਾ ਹੈ ਤਾਂ e ਪਾਵਰ x ਸਕੁਅਰ ਹੈ ਅਤੇ ਇਹ ਇੰਟੀਗਰਲ ਜੋ ਡੋਮੀਨੇਟਿੰਗ ਇੰਟੀਗਰਲ ਹੈ ਇਹ ਕੁਦਰਤੀ ਤੌਰ ਤੇ ਕਨਵਰਜ ਕਰਦਾ ਹੈ ਇਹ ਵੀ ਅਜਿਹਾ ਹੀ ਹੋਵੇਗਾ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਇੰਟੀਗਰਲ ਇਨਫਿਨਿਟੀ ਚਾਹੁੰਦਾ ਹੈ e ਪਾਵਰ x ਸਕੁਅਰ dx ਵੀ ਕਨਵਰਜ ਹੁੰਦਾ ਹੈ ਅਤੇ ਹੁਣ ਇਹ ਇੰਟੀਗਰਲ ਕਨਵਰਜ ਕਰਦਾ ਹੈ ਅਤੇ ਇਹ ਵੀ ਪ੍ਰੋਪਰ ਇੰਟੀਗਰਲ ਹੈ ਜੋ ਕਨਵਰਜ ਕਰਦਾ ਹੈ ਇਸ ਲਈ ਇੱਥੇ ਦਿੱਤਾ ਗਿਆ ਇੰਟੀਗਰਲ ਕਨਵਰਜ ਕਰੇਗਾ ਤਾਂ ਇਹ ਕਨਵਰਜ ਕਰਦਾ ਹੈ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ ਤਾਂ ਫਿਰ ਇਸ ਤਰੀਕੇ ਨਾਲ ਸੰਭਲਣਾ ਆਸਾਨ ਸੀ ਅਸੀਂ ਇਹਨਾਂ ਦੋ ਇੰਟੀਗਰਲ ਨੂੰ ਕੰਸੀਡਰੇਸ਼ਨ ਇਨਟੂ ਰੱਖਿਆ ਹੈ ਕਿਉਂਕਿ ਵਿਚਾਰ ਸੀ ਕਿ ਜੇ x 1 ਤੋਂ ਵੱਡਾ ਹੈ ਤਾਂ ਅਸਲ ਵਿੱਚ ਇਹ ਆਸਾਨੀ ਨਾਲ ਇਕੁਅਲ ਨਹੀਂ ਹੋ ਸਕਦਾ ਹੈ ਇਸ ਲਈ ਅਸੀਂ ਇਸ ਨੂੰ ਇੱਥੇ ਡਾਇਵਰਟ ਕਰ ਸਕਦੇ ਹਾਂ 1 ਬਟਾ x ਸਕੁਅਰ ਅਤੇ ਮਦਦ ਕਰਨ ਵਾਲੇ ਦੋ ਇੰਟੀਗਰਲ ਇਨਟੂ ਵੰਡ ਕੇ ਕਿਉਂਕਿ ਪਹਿਲਾ ਵਾਲਾ ਇਨਟੂ ਇੱਕ ਪ੍ਰੋਪਰ 1 ਸੀ
ਅਤੇ ਹੁਣ ਸਾਡੇ ਕੋਲ ਇੱਕ ਤੋਂ ਵੱਡਾ x ਹੈ, ਇਸ ਲਈ ਇਹ ਕਨਵਰਜ ਹੁੰਦਾ ਹੈ ਅਤੇ ਫਿਰ ਦੋਵੇਂ ਜੋੜ ਕਨਵਰਜ ਕਰਦੇ ਹਨ ਅਤੇ ਮੂਲ ਦਿੱਤੇ ਗਏ ਇੰਟੀਗਰਲ ਕਨਵਰਜ ਕਰਦੇ ਹਨ। ਤਾਂ ਹੁਣ ਅਸੀਂ ਇੱਕ ਹੋਰ ਉਦਾਹਰਣ ਦੇਖਾਂਗੇ ਤਾਂ ਦਿਖਾਓ ਕਿ ਇਹ ਇੰਟੀਗਰਲ 0 ਤੋਂ ਇਨਫਿਨਿਟੀ sin ਸਕੁਏਅਰ x ਸਕੁਏਅਰ dx ਕਨਵਰਜ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇਸ ਨਾਲ ਵੀ ਡੀਲ ਕਰਾਂਗੇ ਕਿਉਂਕਿ x ਤੇ 0 ਇਕੁਅਲ ਹੈ। ਸਾਨੂੰ ਇੱਥੇ x ਨਾਲ ਇਹ ਪ੍ਰੋਬਲਮ ਹੈ, ਇਸ ਲਈ ਆਓ ਇਸ 0 ਨੂੰ 1 ਵਿੱਚ ਦੁਬਾਰਾ ਵੰਡ ਦੇਈਏ ਅਤੇ ਫਿਰ sin ਸਕੁਏਅਰ x ਬਟਾ x ਸਕੁਏਅਰ dx ਹੈ ਅਤੇ ਪਲੱਸ ਫਿਰ ਇੱਥੇ ਇਨਫਿਨਿਟੀ ਚਾਹੁੰਦੇ ਹਨ ਬਾਕੀ ਦਾ sin ਸਕੁਏਅਰ x ਬਟਾ x ਸਕੁਏਅਰ dx ਹੈ ਅਤੇ ਇਹ ਇੱਥੇ ਫਸਟ ਇੰਟੀਗਰਲ ਇੱਕ ਪ੍ਰੋਪਰ ਇੰਟੀਗਰਲ ਹੈ। ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿਉਂਕਿ ਇਹ ਲਿਮਿਟ ਜਿਵੇਂ ਹੀ 0 ਤੱਕ ਪਹੁੰਚਦੀ ਹੈ ਫਾਈਨਾਈਟ ਹੈ, ਇਸ ਲਈ ਇਹ ਇੱਕ ਪ੍ਰੋਪਰ ਇੰਟੀਗਰਲ ਹੈ ਜੋ ਕਿ ਇੱਕੋ ਇੱਕ ਪ੍ਰੋਬਲਮੈਟਿਕ ਪੁਆਇੰਟ ਸੀ ਕਿਉਂਕਿ x 0 ਦੇ ਨੇੜੇ ਆ ਰਿਹਾ ਸੀ, ਪਰ ਇਹ ਲਿਮਿਟ ਫਾਈਨਾਈਟ ਹੈ ਅਤੇ ਇਸ ਕੇਸ ਵਿੱਚ ਸਾਨੂੰ ਇੰਟੀਗਰਨ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਅਤੇ ਇੱਥੋਂ ਤੱਕ ਕਿ ਜਦੋਂ x ਪਹੁੰਚਦਾ ਹੈ ਤਾਂ ਇਹ ਇੱਕ ਪ੍ਰੋਪਰ ਇੰਟੀਗਰਲ ਹੈ। ਦੂਜਾ, ਹੁਣ ਅਸੀਂ ਚਰਚਾ ਕਰਾਂਗੇ ਕਿ ਇਹ ਵੀ ਕਨਵਰਜ ਹੁੰਦਾ ਹੈ ਅਤੇ ਕਾਰਨ ਸਪਸ਼ਟ ਹੈ ਕਿਉਂਕਿ ਇੱਥੇ ਜੋ ਇੰਟੀਗਰੈਂਡ ਦਿੱਤਾ ਗਿਆ ਹੈ ਜੋ ਕਿ ਇੱਥੇ ਦਿੱਤਾ ਗਿਆ ਹੈ ਇਹ sin ਸਕੁਏਅਰ x ਬਟਾ x ਸਕੁਏਅਰ ਹੈ। ਇਹ ਹਮੇਸ਼ਾ 1 ਬਟਾ x ਦੇ ਇਕੁਅਲ ਤੋਂ ਛੋਟਾ ਸਕੁਏਅਰ ਹੈ ਅਤੇ ਸਾਨੂੰ ਪਤਾ ਹੈ ਕਿ ਇੰਟੀਗਰਲ ਇਨਫਿਨਿਟੀ ਚਾਹੁੰਦਾ ਹੈ ਜੋ ਕਿ ਉਹ ਟੈਸਿਟ ਇੰਟੀਗਰਲ 1 ਬਟਾ x ਸਕੁਏਅਰ dx ਹੈ ਜੋ ਕਿ ਕਨਵਰਜ ਕਰਦਾ ਹੈ। ਤਾਂ ਇੱਥੇ ਇਹ ਇੱਕ ਡੋਮੀਨੇਟਿੰਗ ਇੰਟੀਗਰਲ ਹੈ ਕਿਉਂਕਿ ਇਹ 1 ਬਟਾ x ਸਕੁਏਅਰ ਇੱਕ ਵੱਡੀ ਵੈਲਿਊਜ਼ ਲੈ ਰਿਹਾ ਹੈ, ਫਿਰ sin ਸਕੁਏਅਰ x ਬਟਾ x ਸਕੁਏਅਰ ਹੈ ਅਤੇ ਇਹ ਇੰਟੀਗਰਲ ਕਨਵਰਜ ਕਰਦਾ ਹੈ। ਇਸ ਲਈ ਕੰਪੈਰੀਜ਼ਨ ਟੈਸਟ ਦੁਆਰਾ ਅਸੀਂ ਜਾਣਦੇ ਹਾਂ ਕਿ ਇਹ ਇੰਟੀਗਰਲ sin ਸਕੁਏਅਰ x ਬਟਾ x ਸਕੁਏਅਰ dx 0 ਤੋਂ ਇਨਫਿਨਿਟੀ ਵੀ ਕਨਵਰਜ ਹੋਏਗਾ। ਤਾਂ ਫਿਰ ਇਹ ਇਸ ਟੈਸਿਟ ਇੰਟੀਗਰਲ ਦੇ ਆਧਾਰ ਤੇ ਵੀ ਕਨਵਰਜ ਕਰੇਗਾ ਜੋ ਕਿ 1 ਬਟਾ x ਸਕੁਏਅਰ ਹੈ ਇਨਫਿਨਿਟੀ dx ਚਾਹੁੰਦਾ ਹੈ ਇਸ ਨੂੰ ਕਨਵਰਜ ਕਰਦਾ ਹੈ, ਇਸ ਲਈ ਇੱਥੇ ਇਸ ਦੇ ਨਾਲ ਇੱਕ ਡੋਮੀਨੇਟਿੰਗ ਇੰਟੀਗਰਲ ਸੀ, ਇਸ ਲਈ ਕੁਦਰਤੀ ਤੌਰ ਤੇ ਇਹ ਵੀ ਕਨਵਰਜ ਹੋਵੇਗਾ। ਤਾਂ ਫਿਰ ਅਸੀਂ ਹੁਣ ਇੱਥੇ ਇੱਕ ਹੋਰ ਉਦਾਹਰਣ ਲਵਾਂਗੇ। ਅਸੀਂ ਦਿਖਾਵਾਂਗੇ ਕਿ ਇਹ ਇੰਟੀਗਰਲ x 10 ਇਨਵਰਸ x ਬਟਾ 1 ਪਲੱਸ x4 1 ਪਲੱਸ x4 ਪਾਵਰ 1 ਬਾਏ 3 dx ਡਾਇਵਰਜ ਕਰਦਾ ਹੈ। ਹੁਣ ਅਸੀਂ ਇੱਥੇ ਦਿਖਾਵਾਂਗੇ ਕਿ ਇਹ ਇੰਟੀਗਰਲ ਡਾਇਵਰਜ ਕਰਦਾ ਹੈ, ਇਸ ਲਈ ਚਲੋ ਇਹ f(x) ਇੰਟੀਗਰਲ ਟਰਮ ਲੈਂਦੇ ਹਾਂ। ਮੰਨ ਲਈਏ ਕਿ ਇਹ f(x) ਬਟਾ f(x) x ਅਤੇ 10 ਇਨਵਰਸ x ਬਟਾ 1 ਪਲੱਸ x4 ਹੈ ਅਤੇ ਸਾਡੇ ਕੋਲ ਇੱਥੇ 1 ਬਾਏ 3 ਹੈ। ਤਾਂ ਫਿਰ ਇਹ x ਅਸੀਂ ਡਿਨੋਮੀਨੇਟਰਸ ਵਿੱਚ ਸਹਿ ਸਕਦੇ ਹਾਂ, ਇਸ ਲਈ 10 ਇਨਵਰਸ x ਹੈ ਅਤੇ ਸਾਡੇ ਕੋਲ ਇੱਥੇ x ਹੈ ਅਤੇ ਇਸ ਵਿੱਚੋਂ ਇਹ x4 ਵੀ ਕੱਢਿਆ ਜਾਵੇਗਾ ਕਿਉਂਕਿ ਅਸੀਂ ਬਿਹੇਵੀਅਰ ਦੇਖਣਾ ਚਾਹੁੰਦੇ ਹਾਂ ਜਿਵੇਂ ਕਿ x ਇਨਫਿਨਿਟੀ ਤੱਕ ਪਹੁੰਚਦਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇਸ x ਪਾਵਰ ਨੂੰ ਇੱਥੇ 4 ਬਾਏ 3 ਮੰਨ ਲੈਂਦੇ ਹਾਂ। ਇਹ x ਪਾਵਰ -1 x ਹੈ ਅਤੇ ਤਾਂ ਫਿਰ ਸਾਡੇ ਕੋਲ ਦੁਬਾਰਾ x ਪਾਵਰ -4 ਪਲੱਸ 1 ਹੈ, 1 ਪਲੱਸ x ਪਾਵਰ -4 ਅਤੇ ਇਹ 1 ਬਾਏ 3 ਹੈ। ਇਸ ਲਈ ਜਿਵੇਂ ਹੀ x ਇਨਫਿਨਿਟੀ ਤੱਕ ਪਹੁੰਚਦਾ ਹੈ ਇਹ 1 ਹੋਵੇਗਾ ਅਤੇ ਇੱਥੇ x ਵੀ ਇਨਫਿਨਿਟੀ ਤੱਕ ਪਹੁੰਚਦਾ ਹੈ। ਇਹ ਵੀ ਕੋਨਸਟੈਂਟ ਟਰਮ ਪਾਈ ਬਾਏ 2 ਹੋਏਗਾ। ਇਸ ਲਈ ਮੁੱਖ ਤੌਰ ਤੇ ਇਸ ਦੇ ਬਿਹੇਵੀਅਰ ਨੂੰ ਅਸੀਂ ਇੱਥੇ ਇਸ ਟਰਮ ਵਿੱਚ ਵੇਖ ਸਕਦੇ ਹਾਂ ਜੋ ਕਿ x ਪਾਵਰ ਹੈ, ਤਾਂ ਫਿਰ 1 ਬਟਾ x ਪਾਵਰ 1 ਬਾਏ 3 ਹੈ ਜਾਂ ਇਹ x ਪਾਵਰ -1 ਬਾਏ 3 ਹੈ। ਕਿਉਂਕਿ x ਇਨਫਿਨਿਟੀ ਤੱਕ ਪਹੁੰਚਦਾ ਹੈ, ਇਸ ਲਈ ਇਹ ਫੰਕਸ਼ਨ ਇੱਥੇ x ਪਾਵਰ 1 -1 ਬਾਏ 3 ਦੇ ਤੌਰ ਤੇ ਬਿਹੇਵਸ ਕਰਦਾ ਹੈ ਜਦੋਂ x ਇਨਫਿਨਿਟੀ ਤੱਕ ਪਹੁੰਚਦਾ ਹੈ। ਅਤੇ ਹੁਣ ਸਾਨੂੰ ਇਹ ਫੰਕਸ਼ਨ gx ਮਿਲ ਗਿਆ ਹੈ। ਜੇਕਰ ਅਸੀਂ ਇਸ ਫੰਕਸ਼ਨ ਨੂੰ gx 1 ਬਟਾ x ਕਿਊਬ ਦੇ ਇਕੁਅਲ ਜਾਂ x ਪਾਵਰ -1 ਬਾਏ 3 ਦੇ ਤੌਰ ਤੇ ਲੈਂਦੇ ਹਾਂ, ਫਿਰ ਅਸੀਂ ਉਹ ਲਿਮਿਟ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਜਿਵੇਂ ਕਿ x ਇਸ f(x) ਦੀ ਇਨਫਿਨਿਟੀ ਤੱਕ ਪਹੁੰਚਦਾ ਹੈ, ਇਸ ਲਈ gx ਫੰਕਸ਼ਨ ਤੇ ਲਿਮਿਟ x ਇਨਫਿਨਿਟੀ f(x) ਤੱਕ x tan ਇਨਵਰਸ ਪਹੁੰਚਦੀ ਹੈ ਅਤੇ ਫਿਰ ਸਾਡੇ ਕੋਲ ਇੱਥੇ 1 ਪਲੱਸ x4 ਅਤੇ ਫਿਰ 1 ਬਾਏ 3 ਹੈ ਅਤੇ ਇਹ gx ਹੈ ਜੋ x ਪਾਵਰ -1 ਬਾਏ 3 ਹੈ।
ਇਸ ਲਈ I ਨਿਊਮਰੇਟਰ x ਪਾਵਰ ਨੂੰ 1/3 ਤੱਕ ਲੈ ਸਕਦਾ ਹਾਂ ਤਾਂ ਹੁਣ ਸਾਡੇ ਕੋਲ ਇੱਥੇ ਕੀ ਹੈ ਇਸ ਲਈ ਇਹ ਲਿਮਿਟ x goes to infinity ਅਤੇ ਸਾਡੇ ਕੋਲ x ਪਾਵਰ 4/3 ਹੈ ਅਤੇ ਇਹ tan ਇਨਵਰਸ x ਹੈ ਅਤੇ ਇੱਥੇ ਵੀ ਅਸੀਂ ਇਸ x ਪਾਵਰ ਨੂੰ 4/3 ਲਵਾਂਗੇ ਅਤੇ ਫਿਰ ਸਾਡੇ ਕੋਲ ਉਹੀ x ਪਾਵਰ -4 ਹੈ ਅਤੇ ਇਹ ਪਾਵਰ 1/3 ਹੈ। ਇਸ ਲਈ ਜਿਵੇਂ ਹੀ x ਇਨਫਿਨਿਟੀ ਤੱਕ ਪਹੁੰਚਦਾ ਹੈ ਇਹ π/2 tan ਇਨਵਰਸ ਇਨਫਿਨਿਟੀ ਤੱਕ ਹੈ ਇਹ π/2 ਹੋਵੇਗਾ ਅਤੇ ਇਹ 1 ਹੋਏਗਾ ਇਸ ਲਈ ਸਾਨੂੰ ਇਹ π/2 ਲਿਮਿਟ ਤੋਂ ਮਿਲੀ ਇਸ ਲਈ ਹੁਣ ਕਿਉਂਕਿ ਇਹ ਲਿਮਿਟ ਸਮਾਨ ਹੈ ਇਹ ਲਿਮਿਟ ਇੱਕ ਨਾਨ-ਜ਼ੀਰੋ ਨੰਬਰ ਹੈ ਇਸ ਲਈ ਹੁਣ ਕਨਕਲੂਜ਼ਨ ਇਹ ਨਿਕਲਦੀ ਹੈ ਕਿ ਦੋਵੇਂ ਇੰਟੀਗਰਲਸ ਇੰਟੀਗਰਲ ਬਟਾ f ਅਤੇ ਇੰਟੀਗਰਲ ਬਟਾ g ਉਹ ਬਿਹੇਵ ਕਰਨਗੇ। ਇਸ ਲਈ ਇਸ ਕੇਸ ਵਿੱਚ ਅਸੀਂ ਜਾਣਦੇ ਹਾਂ ਕਿ ਇਹ ਇੰਟੀਗਰਲ ਇੱਥੇ 0 ਤੋਂ ਇਨਫਿਨਿਟੀ ਚ ਹੁੰਦਾ ਹੈ ਅਤੇ ਇਹ 1 ਬਟਾ x ਪਾਵਰ 1/3 dx ਹੈ ਇਸ ਲਈ ਇੱਥੇ p ਦੀ ਪਾਵਰ 1 ਤੋਂ ਘੱਟ ਹੈ ਇਸ ਲਈ ਇਹ ਇੰਟੀਗਰਲ ਡਾਇਵਰਜ ਹੋ ਜਾਣਗੇ ਤਾਂ ਡਾਇਵਰਜ ਇਹ ਇੰਟੀਗਰਲ ਡਾਇਵਰਜ ਹੋ ਜਾਵੇਗਾ ਅਤੇ ਇਸ ਲਈ f ਦਾ ਇੰਟੀਗਰਲ ਵੀ ਡਾਇਵਰਜ ਹੋ ਜਾਵੇਗਾ ਜੋ ਕਿ ਇੱਥੇ ਪ੍ਰੋਬਲਮ ਵਿੱਚ ਦਿੱਤਾ ਗਿਆ ਹੈ ਤਾਂ ਫਿਰ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ ਕਿਉਂਕਿ ਅਸੀਂ ਇਸ ਦੀ ਤੁਲਨਾ ਇਨਫਿਨਿਟੀ 1/x ਪਾਵਰ 1/3 dx ਇੰਟੀਗਰਲ ਅਤੇ ਉਹਨਾਂ ਦੋਵਾਂ ਨੂੰ ਇੱਕੋ ਜਿਹਾ ਬਿਹੇਵ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦਾ ਬਿਹੇਵੀਅਰ ਉਹੀ ਹੁੰਦਾ ਹੈ ਜਿਵੇਂ ਕਿ x ਇਨਫਿਨਿਟੀ ਤੱਕ ਪਹੁੰਚਦਾ ਹੈ। ਇਸ ਨੂੰ ਲੈ ਕੇ ਅਸੀਂ ਹੁਣ ਕਨਕਲੂਜ਼ਨ ਤੇ ਜਾਂਦੇ ਹਾਂ ਹੁਣ ਅਸੀਂ ਦੋ ਕੰਪੈਰੀਜ਼ਨ ਟੈਸਟ ਵੇਖੇ ਹਨ ਟੈਸਟ ਨੰਬਰ 1 ਉਦੋਂ ਸੀ ਜਦੋਂ ਸਾਡੇ ਕੋਲ f ਵਿੱਚ ਇਹ ਰਿਲੇਸ਼ਨ ਹੈ ਕਿ f ਇਕੁਅਲ ਤੋਂ ਵੱਡਾ ਹੁੰਦਾ ਹੈ ਅਤੇ g f ਦੇ ਇਕੁਅਲ ਤੋਂ ਵੱਡਾ ਹੁੰਦਾ ਹੈ ਅਤੇ ਉਸ ਕੇਸ ਵਿੱਚ ਜੇ ਅਸੀਂ ਜਾਣਦੇ ਹਾਂ ਕਿ ਇਹ g ਕਨਵਰਜ ਹੈ ਇਹ g ਵੱਡੇ ਇੰਟੀਗਰਲ ਨੂੰ ਕਨਵਰਜ ਕਰਦਾ ਹੈ ਜੋ ਵੱਡੀ ਵੈਲਿਊਜ਼ ਰੱਖਦੇ ਹੋਏ ਫੰਕਸ਼ਨ ਲੈ ਰਿਹਾ ਹੈ ਜੇਕਰ ਇਹ ਕਨਵਰਜ ਕਰਦਾ ਹੈ ਤਾਂ ਦੂਜਾ ਇੱਕ ਵੀ ਕਨਵਰਜ ਹੋ ਜਾਵੇਗਾ ਅਤੇ ਜੇਕਰ ਇਹ ਛੋਟੇ ਨੂੰ ਡਾਇਵਰਜ ਕਰਦਾ ਹੈ ਤਾਂ ਦੂਜਾ ਵੀ ਡਾਇਵਰਜ ਹੋ ਜਾਵੇਗਾ। ਇਸ ਲਈ ਕੰਪੈਰੀਜ਼ਨ ਟੈਸਟ 2 ਦੁਬਾਰਾ ਸੀ ਸਾਡੇ ਕੋਲ ਇਹ ਰਿਲੇਸ਼ਨ ਹਨ ਤਾਂ ਫਿਰ ਅਸੀਂ ਸਟ੍ਰਿਕਟਲੀ ਇਕੁਅਲ ਵੀ ਹੋ ਸਕਦੇ ਹਾਂ ਕਿਉਂਕਿ x ਇਨਫਿਨਿਟੀ ਤੱਕ ਪਹੁੰਚਣ ਤੇ ਘੱਟੋ ਘੱਟ ਇਹ g x 0 ਨਹੀਂ ਹੋਣਾ ਚਾਹੀਦਾ ਹੈ ਇਸ ਲਈ ਸਾਡੇ ਕੋਲ ਇਹ ਵੈਲਿਊਜ਼ k ਹੈ ਅਤੇ ਉਸ ਕੇਸ ਵਿੱਚ ਜੇ k 0 ਦੇ ਇਕੁਅਲ ਨਹੀਂ ਹੈ ਤਾਂ ਉਹ ਦੋਵੇਂ ਇੱਕੋ ਜਿਹਾ ਬਿਹੇਵ ਕਰਨਗੇ ਅਤੇ ਜੇ k 0 ਦੇ ਇਕੁਅਲ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਕੇਸ ਵਿੱਚ ਇਹ ਬਹੁਤ ਫਾਸਟਰ ਗਰੋਇੰਗ ਹੈ ਉਸ ਕੇਸ ਵਿੱਚ ਜੇਕਰ ਇਹ ਕਨਵਰਜ ਹੁੰਦਾ ਹੈ ਤਾਂ ਦੂਸਰਾ ਵੀ ਕਨਵਰਜ ਹੋ ਜਾਵੇਗਾ ਅਤੇ ਸਾਡੇ ਕੋਲ ਨਤੀਜਾ ਵੀ ਹੁੰਦਾ ਹੈ ਜੇਕਰ ਇਹ k ਇਨਫਿਨਿਟੀ ਵਿੱਚ ਆਉਂਦਾ ਹੈ ਅਤੇ ਇਹ ਡਾਇਵਰਜ ਹੁੰਦਾ ਹੈ ਉਹ g ਇੰਟੀਗਰਲ ਜੋ ਕਿ ਛੋਟਾ ਹੈ ਹੁਣ ਇਹ f ਡੋਮੀਨੇਟਸ ਹੈ ਇਸ ਲਈ ਜੇਕਰ ਛੋਟਾ ਕੁਦਰਤੀ ਤੌਰ ਤੇ ਡਾਇਵਰਜ ਹੋ ਜਾਂਦਾ ਹੈ ਤਾਂ ਵੱਡਾ ਵੀ ਡਾਇਵਰਜ ਹੋ ਜਾਵੇਗਾ ਇਸ ਲਈ ਇਹ ਇਸ ਲੈਕਚਰ ਦਾ ਕਨਕਲੂਜ਼ਨ ਸੀ। ਇਹ ਕੰਪੈਰੀਜ਼ਨ ਟੈਸਟ 1 ਅਤੇ ਕੰਪੈਰੀਜ਼ਨ ਟੈਸਟ 2 ਸੀ। ਇਹ ਉਹ ਰੈਫਰੈਂਸ ਹਨ ਜੋ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਵਰਤੇ ਹਨ। ਧੰਨਵਾਦ।